देखो जी, अज का साडा राइटिंग का टास्क 1 हैगा लाइन ग्राफ। लाइन ग्राफ दे विच इन्हां ने कहा द ग्राफ बिलो शोज़ द प्रपोर्शन ऑफ द पॉपूलेशन एजड 65 एंड ओवर बिटवीन 1940 एंड 2040 इन 3 डिफरेंट कंट्रीज़। देखो ध्यान नाल कि सानू इन्हां ने किता, कहते कि एक ग्राफ आ, ग्राफ दे विच प्रपोर्शन दिता होया 65 साल दे ਜਾਂ 65 साल तो ਵੱਧ ਦੇ ਲੋਕਾਂ ਦਾ ਬਿਟਵੀਨ ਐਂਡ ਓਵਰ ਬਿਟਵੀਨ 1940 ਐਂਡ 1940 ਤੋਂ ਲੱਗ ਕੇ 2040 ਤੱਕ ਦਾ, ਠੀਕ ਹੈ ਨਾ। 1940 ਤੋਂ 2040 ਤੱਕ, 2040 ਤੱਕ। ਤੇ ਦੇਖੋ ਇੱਕ 100 ਸਾਲ ਦਾ ਡਾਟਾ ਸਾਡੇ ਕੋਲ ਇਹਨਾਂ ਨੇ ਦੱਸਿਆ ਕਿ 1940 'ਚ ਜੀ ਇੰਨੇ ਕੁ ਲੋਕ ਹੁੰਦੇ ਸੀਗੇ ਸਾਡੇ 65 ਸਾਲ ਜਾਂ ਉਦੋਂ ਵੱਧ ਦੇ। ਫਿਰ ਉਦੋਂ ਬਾਅਦ 'ਚ ਨਾ ਉਹਨਾਂ ਦੀ ਜਿਹੜੀ ਮੌਤ ਦਰ ਆ ਉਹ ਘਟਦੀ ਗਈ ਅਤੇ ਉਹ ਲੋਕਾਂ ਦੀ ਪ੍ਰਪੋਰਸ਼ਨ ਆਮ ਜਨਤਾ ਦੇ ਵਿੱਚ ਵੱਧਦੀ ਗਈ। ਦੇਖੋ 1940 ਦੇ ਵਿੱਚ ਦੇਖੋ ਜਿਹੜਾ ਜਾਪਾਨ, ਸਵੀਡਨ ਅਤੇ USA ਦੀ ਗੱਲ ਆ, ਜਾਪਾਨ, ਸਵੀਡਨ ਅਤੇ USA ਦੀ ਗੱਲ ਆ, ਉਹਦੇ ਵਿੱਚ ਕੀ ਹੈ ਕਿ USA ਦੇ ਵਿੱਚ ਸਭ ਤੋਂ ਜ਼ਿਆਦਾ ਲੋਕ ਸੀਗੇ ਜਿਹੜੇ ਨੀਅਰ ਅਬਾਊਟ 10% ਸੀਗੇ, ਅਤੇ ਜਾਪਾਨ 'ਚ ਸਭ ਤੋਂ ਘੱਟ ਲੋਕ ਹੁੰਦੇ ਸੀਗੇ, ਹੈ ਨਾ, 65 ਜਾਂ 65 ਤੋਂ ਵੱਧ ਸਾਲ ਦੇ। ਫਿਰ ਜਿਉਂ-ਜਿਉਂ ਟਾਈਮ ਵੱਧਦਾ ਗਿਆ ਸਵੀਡਨ ਅਤੇ USA ਦੇ ਵਿੱਚ ਲੋਕਾਂ ਦੀ ਪ੍ਰਪੋਰਸ਼ਨ ਵੱਧਦੀ ਗਈ ਅਤੇ ਆਲਮੋਸਟ ਆਇਡੈਂਟੀਕਲ ਹੁੰਦੀ ਗਈ 1960 ਤੋਂ ਲੱਗ ਕੇ 2000 ਸੰਨ ਤੱਕ, ਹੈ ਨਾ। ਆਲਮੋਸਟ ਆਇਡੈਂਟੀਕਲ ਹੁੰਦੀ ਗਈ, ਬਟ ਵਿਦ ਦਾ ਰਿਸਪੈਕਟ ਆਫ ਦ ਸੇਮ ਟਾਈਮ ਪ੍ਰਪੋਰਸ਼ਨ ਆਫ ਜਾਪਾਨ ਡਿਕਰੀਜ਼ਡ ਗ੍ਰੈਜੂਅਲੀ, ਠੀਕ ਆ। ਉਹਦੇ ਜਾਪਾਨ ਦੇ ਵਿੱਚ ਜਿਹੜੀ ਪ੍ਰਪੋਰਸ਼ਨ ਸੀ ਉਹ ਘਟਦੀ ਗਈ ਟਾਈਮ ਦੇ ਨਾਲ ਨਾਲ। ਹੁਣ ਇੱਕ ਟਾਈਮ ਐਸਾ ਆਇਆ 2000 ਸੰਨ, ਠੀਕ ਆ, ਜਦ ਪ੍ਰਪੋਰਸ਼ਨ ਸਵੀਡਨ ਅਤੇ USA ਦੀ ਬਰਾਬਰ ਸੀਗੀ 65 ਸਾਲ ਜਾਂ ਉਸ ਤੋਂ ਵੱਧ ਦੇ ਲੋਕਾਂ ਦੀ। ਅਤੇ ਐਟ ਏ ਟਾਈਮ 'ਤੇ ਨਾ ਸੇਮ ਟਾਈਮ 'ਤੇ ਜਿਹੜੀ ਜਾਪਾਨ ਦੀ ਪ੍ਰਪੋਰਸ਼ਨ ਸੀਗੀ ਉਹ ਵੀ ਵਧਣੀ ਸਟਾਰਟ ਹੋ ਗਈ ਸੀਗੀ। ਫਿਰ 2020 ਜਿਹੜਾ ਹੈ ਨਾ 2020 ਦੇ ਵਿੱਚ ਪ੍ਰਪੋਰਸ਼ਨ ਇਹਦਾ ਸਿੰਗਲ ਦੱਸ ਦਿਓ ਵੀ ਸਵੀਡਨ ਸੀਗਾ ਆਲਮੋਸਟ 18% ਤੇ ਜਿਹੜਾ USA ਸੀਗਾ ਉਹ 15% ਐਂਡ ਜਾਪਾਨ ਸੀਗਾ ਜਿਹੜਾ ਉਹ ਆਲਮੋਸਟ 10% 'ਤੇ ਸੀਗਾ। ਬਟ ਇਨ ਦੀ ਲਾਸਟ, ਹੈ ਨਾ, ਜਾਂ ਅਕੋਰਡਿੰਗ ਟੂ ਕਹਿ ਸਕਦੇ ਹੋ ਤੁਸੀਂ a survey, है ना, या according to reports it is predicted that in 2040 Japan would have the highest proportion of age 65 and over people, and USA would have the lowest number of percentage of the same people, whereas Sweden would be almost 25% in future। ਹੁਣ ਇਹ ਤਾਂ ਹੈਗੀ ਜਿਹੜੀ ਇਹਦੀ ਸਾਰੀ ਆਪਾਂ ਕਰਨੀ ਹੈ ਐਕਸਪਲੇਨੇਸ਼ਨ। ਹੁਣ ਜਿਹੜੀ ਇਹਦੀ ਇੰਟਰੋਡਕਸ਼ਨ ਅਤੇ ਜਿਹੜਾ ਓਵਰਆਲ ਆ ਉਹ ਕਿੱਦਾਂ ਲਿਖਣਾ। ਇੰਟਰੋਡਕਸ਼ਨ ਅਤੇ ਓਵਰਆਲ ਇਹਦਾ ਆਪਾਂ ਲਿਖਾਂਗੇ ਲਾਈਕ ਦ ਇਨਫੋਰਮੇਸ਼ਨ ਰਿਗਾਰਡਿੰਗ ਦ ਪਰਸੈਂਟੇਜ ਆਫ ਏਜ 65 ਐਂਡ ਓਵਰ ਇਨ ਕਿਹੜੀ ਕੰਟਰੀ, ਕਿਹੜੀ ਆ ਇਹ, ਇਨ 3 ਕੰਟਰੀਜ਼ ਜਾਪਾਨ, ਸਵੀਡਨ ਐਂਡ USA is depicted by USA from 1942 to 2040, is depicted by a line graph. The data has been calibrated in years and percentage ਨਹੀਂ ਇਹਨੂੰ ਆਪਾਂ ਨੰਬਰ ਨਹੀਂ ਲਿਖ ਸਕਦੇ। ਨੰਬਰ ਕਿਹੜੇ ਹਿਸਾਬ ਨਾਲ ਲਿਖਾਂਗੇ ਦੱਸੋ ਮੈਨੂੰ ਜ਼ਰਾ, ਬਿਕੋਜ਼ ਪਰਸੈਂਟੇਜ ਲਿਖੀ ਹੋਈ ਆ ਉੱਥੇ, ਨਹੀਂ ਉੱਥੇ ਪਰਸੈਂਟੇਜ ਲਿਖਣਾ ਵਾ, ਠੀਕ ਆ। ਆਪਾਂ ਲਿਖਾਂਗੇ ਦਾ ਡਾਟਾ ਹੈਜ਼ ਬੀਨ ਕੈਲੀਬਰੇਟਡ ਇਨ ਪਰਸੈਂਟੇਜ ਐਂਡ ਈਅਰਸ। ਅਤੇ ਜਿਹੜਾ ਇਹਦਾ ਓਵਰਆਲ ਆ ਉਹਨੂੰ ਆਪਾਂ ਓਵਰਵਿਊ ਲਿਖਾਂਗੇ। ਸੈਕਿੰਡ ਨੰਬਰ 'ਤੇ ਲਿਖ ਰਹੇ ਹਾਂ, ਜੇ ਥੱਲੇ ਲਿਖ ਰਹੇ ਹਾਂ ਤਾਂ ਓਵਰਆਲ ਕਹਾਂਗੇ। ਸੈਕਿੰਡ 'ਤੇ ਲਿਖ ਰਹੇ ਹਾਂ ਤਾਂ ਇਹਦਾ ਆਪਾਂ ਲਿਖਾਂਗੇ ਇਨ ਐਨ ਓਵਰਵਿਊ। ਇਟ ਕੈਨ ਬੀ ਵਿਵਿਡਲੀ ਸੀਨ ਫਰੋਮ ਦੀ ਚਾਰਟ ਦੈਟ USA had the maximum percentage from starting to the middle of the whole proportions, ठीक है। but after that from the middle to the end
USA, the proportion of USA was decreased, and also in the future it will be decreased. However, Japan had the dramatic trend in its percentage, like in the starting it was lowest but in the ending it was the highest, ठीक ਆ, ਜਾਂ ਇਟ ਵੁੱਡ ਬੀ ਹਾਈਐਸਟ, ਇਟ ਵੁੱਡ ਬੀ ਹਾਈਐਸਟ ਹੋਣਾ ਉੱਥੇ, ਠੀਕ ਆ। ਇਹ ਸਾਡਾ ਰਾਈਟਿੰਗ ਦਾ ਟਾਸਕ 1 ਬਣਦਾ।